ਮੋਹਨ ਸਿੰਘ ਜੋ ਕਿ ਪ੍ਰੀਤ ਪਿਆਰ ਦਾ ਕਵੀ ਹੈ, ਉਸਦੀ ਜੋ ਦੂਸਰੀ ਕਵਿਤਾ ਹੈ ਉਸਦਾ ਨਾਮ ਹੈ ਜਾਇਦਾਦ। ਜਾਇਦਾਦ ਕਵਿਤਾ ਦੇ ਵਿੱਚ ਉਹ ਇੱਕ ਐਸੀ ਔਰਤ ਦੇ ਬਾਰੇ ਬਿਆਨ ਕਰ ਰਿਹਾ, ਐਸੀ ਲੜਕੀ ਦੇ ਬਾਰੇ ਬਿਆਨ ਕਰ ਰਿਹਾ ਹੈ ਜਿਸ ਦਾ ਵਿਆਹ ਉਸਦੀ ਇੱਛਾ ਦੇ ਵਿਰੁੱਧ ਕਰ ਦਿੱਤਾ ਗਿਆ ਹੈ। ਬੂਹੇ ਦੇ ਵਿੱਚ ਚੁੱਪ ਖੜੀ ਸੀ ਜਾਇਦਾਦ, ਕੋਲ ਮਾਲਕ ਉਸਦਾ, ਸਾਵੇਂ ਆਸ਼ਕ ਉਸਦਾ। ਕਿ ਦਰਵਾਜ਼ੇ ਦੇ ਵਿੱਚ ਜਾਇਦਾਦ ਬਣੀ ਉਹ ਔਰਤ ਖੜੀ ਹੈ, ਉਸਦੇ ਕੋਲ ਉਸਦਾ ਮਾਲਿਕ ਜਿਸਨੇ ਕਿ ਉਸ ਨਾਲ ਵਿਆਹ ਕਰਾਇਆ ਹੈ ਉਹ ਖੜਾ ਹੈ, ਉਸਦੇ ਸਾਹਮਣੇ ਉਸਦਾ ਉਹ ਆਸ਼ਿਕ ਖੜਾ ਹੈ ਜਿਸਨੂੰ ਉਹ ਪਸੰਦ ਕਰਦੀ ਹੈ। ਬੂਹੇ ਦੇ ਵਿੱਚ ਚੁੱਪ ਖੜੀ ਸੀ ਜਾਇਦਾਦ, ਚਿੱਟੀ ਸੰਗਮਰਮਰ ਦੀ ਥੰਮੀ ਵਾਂਗਰਾ ਉਹ ਇਸ ਤਰ੍ਹਾਂ ਖੜੀ ਹੈ ਜਿਵੇਂ ਕੋਈ ਸਫੇਦ ਸੰਗਮਰਮਰ ਦਾ ਥੰਮ ਹੋਵੇ। ਸੀਨੇ ਜੋ ਹਿਮਬੱਧ ਹੋਏ ਪੰਖ ਨੂੰ, ਉਸਦੇ ਸੀਨੇ ਤੇ ਉਸੇ ਤਰ੍ਹਾਂ ਬੋਝ ਹੈ ਜਿਸ ਤਰ੍ਹਾਂ ਇੱਕ ਪੰਛੀ ਦੇ ਪੰਖਾਂ ਤੇ ਅਗਰ ਬਰਫ਼ ਗਿਰ ਜਾਂਦੀ ਹੈ ਤਾਂ ਉਸਦਾ ਬੋਝ ਹੋ ਜਾਂਦਾ ਹੈ। ਅੱਖੀ ਜੋ ਸੈਲ ਪੱਥਰ ਜੁਗਨੂ, ਉਸਦੀਆਂ ਅੱਖਾਂ ਐਵੇਂ ਚਮਕ ਰਹੀਆਂ ਨੇ ਜਿਵੇਂ ਪੱਥਰਾਂ ਦੇ ਵਿੱਚ ਜੁਗਨੂ ਚਮਕਦਾ ਹੈ। ਹੋਠ ਜੋ ਯਾਕੂਤ ਦੇ ਚੁੱਪ ਤੇ ਹੈਰਾਨ, ਚੁੱਪਚਾਪ ਖੜੀ ਹੈ, ਉਸਦੇ ਹੋਠ ਚੁੱਪ ਨੇ ਔਰ ਉਹ ਹੈਰਾਨ ਖੜੀ ਹੈ। ਖਤਮ ਹੋਇਆ ਖੂਨ ਧੜਕਨ ਮੁਸਕਾਨ, ਐਵੇਂ ਲੱਗਦਾ ਹੈ ਕਿ ਉਸਦੀ ਧੜਕਨ ਔਰ ਮੁਸਕਾਨ ਖਤਮ ਹੋ ਗਈ ਹੈ। ਹਾਏ ਵਿਰਸੇ ਦੀ ਇਹ ਪੱਥਰਾ ਦੇਣੀ ਛਾਂ, ਕਿ ਇੱਕ ਐਸਾ ਵਿਰਸਾ ਹੈ ਜੋ ਇੱਕ ਜੀਂਦੇ ਜਾਗਦੇ ਇਨਸਾਨ ਨੂੰ ਪੱਥਰ ਬਣਾ ਦਿੰਦਾ ਹੈ। ਹਾਏ ਚੌਗਿਰਦੇ ਦਾ ਇਹ ਲਹੂ ਪੀਣਾ ਦਿਓ। ਅਸੀਂ ਜਦੋਂ ਵੀ ਕੋਈ ਕੰਮ ਕਰਨੇ ਆ ਤਾਂ ਅਸੀਂ ਸੋਚਦੇ ਹਾਂ ਕਿ ਸਾਡੇ ਚੌਗਿਰਦੇ ਚਾਰੋਂ ਤਰਫ ਰਹਿਣ ਵਾਲੇ ਲੋਕ ਕੀ ਕਹਿਣਗੇ। ਹਾਏ ਇੱਕ ਐਸਾ ਚੌਗਿਰਦਾ ਹੈ ਜੋ ਇਨਸਾਨਾਂ ਦਾ ਲਹੂ ਪੀ ਲੈਂਦਾ ਹੈ। ਹਾਏ ਉਸਦੀ ਮਾਂ ਦੀ ਮਾਂ ਦੀ ਮਾਂ, ਹਾਏ ਉਸਦੇ ਪਿਓ ਦੇ ਪਿਓ ਦੇ ਪਿਓ ਦਾ ਪਿਓ। ਕਿ ਉਸਦੀ ਮਾਂ ਦੀ ਮਾਂ ਦੀ ਮਾਂ ਦੇ ਨਾਲ ਵੀ ਇਹੀ ਕੁਝ ਹੋਇਆ ਸੀ, ਉਸਦੇ ਪਿਓ ਦੇ ਪਿਓ ਦੇ ਪਿਓ ਨੇ ਵੀ ਇਹੀ ਕੁਝ ਕੀਤਾ ਸੀ। ਮਾਨੇ ਇਹ ਜੋ ਚੀਜ਼ ਹੈ ਇਹ ਵਿਰਸੇ ਤੋਂ ਚਲੀ ਆ ਰਹੀ ਹੈ। ਕੋਲ ਮਾਲਕ ਉਸਦਾ, ਆਖੇ ਜਾਇਦਾਦ ਤੇ ਮੋਢੇ ਨੂੰ ਫੜ। ਉਸਦਾ ਪਤੀ ਉਸਦੇ ਕੋਲ ਖੜਾ ਹੈ ਔਰ ਉਸਦੇ ਮੋਢੇ ਤੇ ਹੱਥ ਰੱਖ ਕੇ ਕਹਿ ਰਿਹਾ ਹੈ, ਮੇਰੀ ਹੈ ਇਹ ਜਾਇਦਾਦ, ਕਿ ਇਹ ਮੇਰੀ ਜਾਇਦਾਦ ਹੈ ਔਰ ਮੈਂ ਇਸ ਦਾ ਮਾਲਿਕ ਹਾਂ। ਮਨੂ ਦਾ ਕਾਨੂੰਨ ਵੀ ਮੇਰੀ ਤਰਫ। ਹਿੰਦੁਸਤਾਨ ਦੇ ਅੰਦਰ ਜੋ ਹੈ ਜੋ ਸਮਾਜ ਦੀ ਸਥਾਪਨਾ ਸੀ ਉਹ ਮਹਾਰਾਜ ਮਨੂ ਨੇ ਕੀਤੀ ਸੀ। ਤਾਂ ਕਹਿ ਰਿਹਾ ਕਿ ਮਨੂ ਦਾ ਕਾਨੂੰਨ ਵੀ ਇਹੀ ਕਹਿੰਦਾ ਹੈ ਕਿ ਅਗਰ ਇਹ ਮੇਰੀ ਪਤਨੀ ਹੈ ਤਾਂ ਮੇਰੀ ਜਾਇਦਾਦ ਹੈ। ਵੇਲੇ ਦੀ ਸਰਕਾਰ ਵੀ, ਪੈਸੇ ਦੀ ਛਣਕਾਰ ਵੀ, ਵੇਲੇ ਦੀ ਸਰਕਾਰ ਔਰ ਪੈਸਾ ਵੀ ਇਹੀ ਸਾਬਿਤ ਕਰ ਸਕਦਾ ਹੈ ਕਿ ਇਹ ਮੇਰੀ ਜਾਇਦਾਦ ਹੈ। ਧਰਮ ਲੋਕਾਚਾਰ ਵੀ, ਧਰਮ ਵੀ ਔਰ ਲੋਕੀ ਵੀ ਇਹੀ ਕਹਿੰਦੇ ਨੇ ਕਿਉਂਕਿ ਇਹ ਮੇਰੀ ਵਿਆਹਤਾ ਪਤਨੀ ਹੈ ਤਾਂ ਮੇਰੀ ਜਾਇਦਾਦ ਹੈ। ਦਿਲ ਨਹੀਂ ਤੇ ਨਾ ਸਹੀ, ਅਗਰ ਇਸ ਦਾ ਦਿਲ ਨਹੀਂ ਕਹਿੰਦਾ ਤਾਂ ਨਾ ਸਹੀ। ਦੇਖਾਂਗਾ ਪਰ ਕਿਸ ਤਰ੍ਹਾਂ ਸੋਹਣਾ ਇਹ ਮਹਿਲ ਮੈਨੂੰ ਓਲਾ ਦੇਣ ਤੋਂ ਕਰਦਾ ਹੈ ਨਾ, ਪਰ ਮੈਂ ਦੇਖਾਂਗਾ ਕਿਸ ਤਰ੍ਹਾਂ ਇਹ ਮੈਨੂੰ ਓਲਾ ਦੇਣ ਤੋਂ ਨਾ ਕਰਦੀ ਹੈ। ਵਿੱਚ ਸਿਆਲੇ ਕਿਸ ਤਰ੍ਹਾਂ ਦੇਂਦਾ ਨਾ ਨਿਗ, ਕਿਸ ਤਰ੍ਹਾਂ ਇਸ ਸਿਆਲੇ ਵਿੱਚ ਮੈਨੂੰ ਨਿਗ ਨਹੀਂ ਦਿੰਦੀ। ਵਿੱਚ ਹੁਨਾਲੇ ਕਿਸ ਤਰ੍ਹਾਂ ਨਾ ਛਾਂ, ਔਰ ਕਿਸ ਤਰ੍ਹਾਂ ਮੈਨੂੰ ਗਰਮੀਆਂ ਦੇ ਵਿੱਚ ਛਾਂ ਨਹੀਂ ਦਿੰਦੀ। ਮਾਨੇ ਜ਼ਿੰਦਗੀ ਦੇ ਸੁੱਖ ਦੁੱਖ ਵਿੱਚ ਮੈਂ ਦੇਖਾਂਗਾ ਇਹ ਕਿਸ ਤਰ੍ਹਾਂ ਮੇਰਾ ਸਾਥ ਨਹੀਂ ਦੇਗੀ। ਕਿੱਦਾਂ ਸੋਨਾ ਪਾਇਆ ਸਜਦਾ ਨਹੀਂ, ਕਿੱਦਾਂ ਰੇਸ਼ਮ ਕੱਜਿਆ ਫੱਬਦਾ ਨਹੀਂ। ਮੈਂ ਦੇਖਾਂਗਾ ਕਿਸ ਤਰ੍ਹਾਂ ਇਸ ਪੱਥਰ ਦੇ ਬੁੱਤੇ ਅਗਰ ਮੈਂ ਸੋਨਾ ਵੀ ਪਾਵਾਂਗਾ ਤਾਂ ਉਹ ਕਿਵੇਂ ਨਹੀਂ ਸੱਜੇਗਾ, ਔਰ ਮੈਂ ਰੇਸ਼ਮ ਨਾਲ ਅਗਰ ਇਸ ਨੂੰ ਕੱਜਾਂਗਾ ਤੇ ਉਹ ਕਿਵੇਂ ਨਹੀਂ ਫੱਬੇਗਾ। ਸਾਵੇਂ ਆਸ਼ਕ ਉਸਦਾ, ਉਸਦੇ ਸਾਹਮਣੇ ਉਹ ਲੜਕਾ ਖੜਾ ਹੈ ਜਿਸਨੂੰ ਉਹ ਪਸੰਦ ਕਰਦੀ ਹੈ। ਨਾਲ ਦ੍ਰਿੜਤਾ ਸੋਚਦਾ, ਬੜੀ ਦ੍ਰਿੜਤਾ ਦੇ ਨਾਲ ਇਹ ਸੋਚ ਰਿਹਾ ਹੈ, ਹੋਇਆ ਕੀ ਜੇ ਬਣ ਗਈ ਇਹ ਜਾਇਦਾਦ, ਕੀ ਹੋ ਗਿਆ ਅਗਰ ਇਹ ਅੱਜ ਜਾਇਦਾਦ ਤੇਰੀ ਬਣ ਗਈ ਹੈ। ਹੋਇਆ ਕੀ ਜੇ ਸੈਲ ਪੱਥਰ ਹੋ ਗਈ, ਕੀ ਹੋਇਆ ਜੇ ਸੈਲ ਵੀ ਜੋ ਹੈ ਇੱਕ ਪੱਥਰ ਦਾ ਨਾਮ ਹੈ, ਜਿਸ ਤਰ੍ਹਾਂ ਸੰਗਮਰਮਰ ਹੈ ਸੈਲ ਪੱਥਰ ਦਾ ਨਾਮ ਹੈ। ਹੋਇਆ ਕੀ ਜੇ ਸੈਲ ਪੱਥਰ ਹੋ ਗਈ, ਕੀ ਹੋਇਆ ਜੇ ਅੱਜ ਇਹ ਪੱਥਰ ਬਣ ਚੁੱਕੀ ਹੈ। ਹੋਇਆ ਕੀ ਜੇ ਜਵਾਲਾ ਮੇਰੇ ਇਸ਼ਕ ਦੀ ਇਸਨੂੰ ਅੱਜ ਪਿਘਲਾ ਸਕਣ ਜੋਗੀ ਨਹੀਂ। ਕੀ ਹੋਇਆ ਕਿ ਅਗਰ ਮੈਂ ਆਪਣੇ ਇਸ਼ਕ ਨਾਲ ਇਸਨੂੰ ਅੱਜ ਜਿੰਦਾ ਨਹੀਂ ਕਰ ਸਕਦਾ, ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ ਆਪਣੇ ਇਸ਼ਕ ਦੀ ਉਸ ਅਗਨੀ ਨੂੰ ਹੋਰ ਭੜਕਾਵਾਂਗਾ ਮੈਂ। ਯੁੱਗ ਪਲਟ ਕੇ ਫਿਰ ਕਦੀ ਆਵਾਂਗਾ ਮੈਂ। ਅੱਜ ਦਾ ਸਮਾਂ, ਅੱਜ ਦੀ ਸਰਕਾਰ, ਅੱਜ ਦਾ ਪੈਸਾ ਇਹ ਸਾਬਿਤ ਕਰ ਰਿਹਾ ਹੈ ਕਿ ਤੇਰੀ ਜਾਇਦਾਦ ਹੈ, ਪਰ ਯੁੱਗ ਪਲਟੇਗਾ ਔਰ ਮੈਂ ਫਿਰ ਵਾਪਿਸ ਆਵਾਂਗਾ। ਰਾਮ ਵਾਂਗੂ ਇੱਕ ਚੋਲੂੰਬੇ ਦੇ ਨਾਲ ਇਸ ਅਹਿਲਿਆ ਨੂੰ ਲਵਾਂਗਾ ਫਿਰ ਜੀਵਾਲ। ਜਿਸ ਤਰ੍ਹਾਂ ਭਗਵਾਨ ਰਾਮ ਨੇ ਇੱਕ ਛੂਹਣ ਨਾਲ ਪੱਥਰ ਹੋ ਚੁੱਕੀ ਅਹਿਲਿਆ ਨੂੰ ਦੁਬਾਰਾ ਜਿੰਦਾ ਕਰ ਦਿੱਤਾ ਸੀ, ਮੈਂ ਇਸ ਨੂੰ ਦੁਬਾਰਾ ਜਿੰਦਾ ਕਰਾਂਗਾ। ਅਹਿਲਿਆ ਦਾ ਪ੍ਰਸੰਗ ਇੱਥੇ ਆਇਆ ਹੈ ਕਿ ਗੌਤਮ ਰਿਸ਼ੀ ਦੀ ਜੋ ਪਤਨੀ ਸੀ ਉਸਦਾ ਨਾਮ ਅਹਿਲਿਆ ਸੀ, ਬੜੀ ਪਤੀਵ੍ਰਤਾ ਸੀ ਔਰ ਦੇਵਤਾਵਾਂ ਦਾ ਜੋ ਰਾਜਾ ਸੀ ਇੰਦਰ, ਉਸ ਦੀ ਨਜ਼ਰ ਅਹਿਲਿਆ ਤੇ ਸੀ। ਇੰਦਰ ਨੂੰ ਪਤਾ ਸੀ ਕਿ ਅਗਰ ਉਹ ਅਹਿਲਿਆ ਕੋਲ ਜਾ ਕੇ ਆਪਣਾ ਪ੍ਰੇਮ ਪ੍ਰਸੰਗ ਰੱਖੇਗਾ ਤਾਂ ਉਸਦੀ ਗੱਲ ਕਦੀ ਨਹੀਂ ਮੰਨੇਗੀ। ਤਾਂ ਇੰਦਰ ਨੇ ਇੱਕ ਜਿਹੜਾ ਸੀ ਖੇਡ ਖੇਡੀ, ਉਹ ਗੌਤਮ ਰਿਸ਼ੀ ਦਾ ਰੂਪ ਧਾਰ ਕੇ ਉੱਥੇ ਆ ਗਿਆ। ਜਦ ਗੌਤਮ ਰਿਸ਼ੀ ਗੰਗਾ ਇਸ਼ਨਾਨ ਲਈ ਗਏ ਹੋਏ ਸੀ, ਜਦੋਂ ਗੌਤਮ ਰਿਸ਼ੀ ਵਾਪਿਸ ਆਏ ਤਾਂ ਉਹਨਾਂ ਨੇ ਜਦੋਂ ਆਪਣੀ ਪਤਨੀ ਨੂੰ ਇੱਕ ਅਣਜਾਣ ਪੁਰਸ਼ ਨਾਲ ਦੇਖਿਆ ਤਾਂ ਉਹਨਾਂ ਨੂੰ ਬਹੁਤ ਗੁੱਸਾ ਆਇਆ ਔਰ ਉਹਨਾਂ ਨੇ ਗੁੱਸੇ ਦੇ ਅੰਦਰ ਅਹਿਲਿਆ ਨੂੰ ਸ਼ਰਾਪ ਦੇ ਦਿੱਤਾ ਕਿ ਜਾਂ ਤੂੰ ਪੱਥਰ ਹੋ ਜਾ। ਅਹਿਲਿਆ ਉਸੇ ਵੇਲੇ ਜੋ ਸੀ ਪੱਥਰ ਹੋਣ ਲੱਗੀ ਤਾਂ ਉਸਨੇ ਹੱਥ ਜੋੜ ਕੇ ਗੌਤਮ ਰਿਸ਼ੀ ਨੂੰ ਕਿਹਾ ਕਿ ਇਹ ਤੁਹਾਡਾ ਰੂਪ ਧਾਰ ਕੇ ਆਇਆ ਸੀ ਤੇ ਮੈਨੂੰ ਪਤਾ ਨਹੀਂ ਲੱਗਿਆ, ਮੇਰੀ ਇਸ ਵਿੱਚ ਕੀ ਗਲਤੀ ਹੈ। ਤਾਂ ਗੌਤਮ ਰਿਸ਼ੀ ਨੇ ਕਿਹਾ ਕਿ ਭਗਵਾਨ ਰਾਮ ਚੰਦਰ ਜਦੋਂ ਬਨਵਾਸ ਕੱਟਣ ਆਣਗੇ ਤਾਂ ਜਦੋਂ ਤੇਰੇ ਇਸ ਪੱਥਰ ਹੋ ਚੁੱਕੇ ਸਰੀਰ ਨੂੰ ਇੱਕ ਛੂਹਣ ਦੇਣਗੇ ਜਾਂ ਪੈਰ ਨਾਲ ਛੂਹਣਗੇ ਤਾਂ ਤੂੰ ਦੁਬਾਰਾ ਜਿੰਦਾ ਹੋ ਜਾਏਂਗੀ। ਤਾਂ ਇਸ ਜੋ ਕਵਿਤਾ ਹੈ ਉਸ ਵਿੱਚ ਜੋ ਪ੍ਰੇਮੀ ਹੈ ਉਹ ਕਹਿ ਰਿਹਾ ਕਿ ਰਾਮ ਵਾਂਗੂ ਇੱਕ ਛੋਹ ਲੂੰਬੇ ਦੇ ਨਾਲ ਇਸ ਅਹਿਲਿਆ ਨੂੰ ਲਵਾਂਗਾ ਫਿਰ ਜੀਵਾਲ। ਕਿ ਜਿਵੇਂ ਰਾਮ ਨੇ ਇੱਕ ਛੋਹ ਦੇ ਨਾਲ, ਇੱਕ ਛੂਹਣ ਦੇ ਨਾਲ
ਅਹਿल्या ਜੋ ਪੱਥਰ ਹੋ ਚੁੱਕੀ, ਇਸ ਨੂੰ ਜਿੰਦਾ ਕਰ ਦਿੱਤਾ ਸੀ, ਮੈਂ ਵੀ ਇਸ ਨੂੰ ਜਿੰਦਾ ਕਰ ਦਿਆਂਗਾ। ਇਸ ਕਵਿਤਾ ਦੇ ਵਿੱਚ ਇੱਕ ਪ੍ਰਸ਼ਨ ਆਉਂਦਾ ਹੈ ਕਿ ਕਿਆ ਰਾਮ ਅਹਿल्या ਦੇ ਆਸ਼ਿਕ ਸੀ? ਨਹੀਂ, ਇਹ ਜੋ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਸਿਰਫ ਇੱਕ ਪ੍ਰਤੀਕ ਹੈ ਕਿ ਜਿਵੇਂ ਰਾਮ ਨੇ ਇੱਕ ਪੱਥਰ ਨੂੰ ਛੂ ਕੇ ਉਸ ਨੂੰ ਜਿੰਦਾ ਕਰ ਦਿੱਤਾ ਸੀ, ਅਹਿल्या ਦਾ ਰਾਮ ਨਾਲ ਕੋਈ ਐਸਾ ਸੰਬੰਧ ਨਹੀਂ ਸੀ।